ਸਾਰਾ ਭਾਰਤ ਪੰਜਾਬ ਕਿਸਾਨ ਵਿਰੋਧੀ ਬਿੱਲਾਂ ਦੇ ਲਈ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ, ਪਰ ਇਹ ਬਿੱਲ ਹੋਂਦ ਦੇ ਵਿੱਚ ਕਿਉਂ ਆਏ ਇਹ ਕੋਈ ਨਹੀਂ ਜਾਣਦਾ। ਮੌਜੂਦਾ ਸਰਕਾਰਾਂ ਤਾਂ ਇੰਨਾ ਸੋਚ ਨਹੀਂ ਸਕਦੀਆਂ, ਸੋ ਇਸ ਦੇ ਪਿੱਛੇ ਕਈ ਤਰ੍ਹਾਂ ਦੇ ਦਿਮਾਗ ਕੰਮ ਕਰਦੇ ਨੇ। ਇਹਨਾਂ ਦੇ ਵਿੱਚ ਸਭ ਤੋਂ ਵੱਡੇ ਦਿਮਾਗ ਹਨ ਵੱਡੇ ਕਾਰੋਬਾਰੀਆਂ ਦੇ, ਜਿਨ੍ਹਾਂ ਨੂੰ ਇਹਨਾਂ ਬਿੱਲਾਂ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ। ਉਹ ਕਾਰੋਬਾਰੀ ਜਿਨ੍ਹਾਂ ਨੂੰ ਸਿਰਫ ਆਪਣਾ ਕਾਰੋਬਾਰ ਹੀ ਦਿਖਾਈ ਦਿੰਦਾ ਹੈ, ਹੋਰ ਕੁਝ ਵੀ ਨਹੀਂ। ਆਪਾਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਹੋਵਾਂਗੇ ਕਿ ਲੋਕ ਵੱਡੇ ਕਾਰੋਬਾਰੀਆਂ ਦੇ ਵਿਰੋਧ ਕਰਦੇ ਨੇ, ਪਰ ਉਹ ਕਾਰੋਬਾਰੀ ਸਰਕਾਰਾਂ ਦੇ ਨਾਲ ਮਿਲ ਕੇ ਆਪਣੇ ਮਨ ਦੀ ਮਰਜ਼ੀ ਹੀ ਕਰਦੇ ਨੇ। ਅਸਲ ਦੇ ਵਿੱਚ ਉਹ ਕੋਈ ਕਹਾਣੀ ਨਹੀਂ, ਸਗੋਂ ਸੱਚਾਈ ਹੀ ਹੁੰਦੀ ਹੈ, ਜੋ ਆਪਾਂ ਲੋਕ ਫਿਲਮ ਦੇਖਣ ਤੋਂ ਬਾਅਦ ਭੁੱਲ ਬੈਠਦੇ ਹਾਂ। ਪਰ ਅੱਜ ਉਸੇ ਫਿਲਮ ਦੀ ਕਹਾਣੀ ਨੇ ਸਾਰੇ ਪੰਜਾਬੀ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਸਰਕਾਰਾਂ ਨੂੰ ਇਹ ਬਿੱਲ ਵਾਪਸ ਲੈਣ ਦੇ ਵਿੱਚ ਇਹ ਕਾਰੋਬਾਰੀ ਸਾਹਮਣੇ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਹੈ ਅੰਬਾਨੀ ਤੇ ਅਦਾਨੀ ਦਾ। ਅੰਬਾਨੀ ਨੂੰ ਤਾਂ ਸਾਰੇ ਜਾਣਦੇ ਨੇ, ਪਰ ਕੌਣ ਹੈ ਇਹ ਅਦਾਨੀ? ਬਹੁਤ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੋਵੇਗਾ। ਅਤੇ ਮੋਦੀ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਅਦਾਨੀ ਤੇ ਹੱਦੋਂ ਵੱਧ ਜ਼ਿਆਦਾ ਮਿਹਰਬਾਨ ਹੈ, ਅਤੇ ਇਹ ਅਦਾਨੀ ਦੀ ਹੀ ਪਾਵਰ ਹੈ ਜੋ ਸਰਕਾਰਾਂ ਆਪਣੇ ਹੀ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਨਹੀਂ ਲੈ ਪਾ ਰਹੀਆਂ। ਸਿਰਫ ਇੱਕ ਹੀ ਕਾਰੋਬਾਰੀ ਕਰਕੇ ਇਹਨਾਂ ਲੱਖਾਂ ਕਰੋੜਾਂ ਕਿਸਾਨਾਂ ਦਾ ਜਿਉਣਾ ਦੋਬਰ ਕੀਤਾ ਹੋਇਆ ਹੈ। ਅਦਾਨੀ ਗਰੁੱਪਸ ਆਫ ਕੰਪਨੀ ਦਾ ਮਾਲਕ ਗੌਤਮ ਅਦਾਨੀ ਹੈ। ਇਸ ਗੌਤਮ ਅਦਾਨੀ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਅਦਾਨੀ ਜੋ ਵੀ ਵਾਅਦਾ ਕਰਦਾ ਹੈ ਜਾਂ ਫਿਰ ਕੰਮ ਨੂੰ ਹੱਥ ਵਿੱਚ ਲੈਂਦਾ ਹੈ, ਉਸ ਨੂੰ ਪੂਰਾ ਕਰਕੇ ਹੀ ਛੱਡਦਾ ਹੈ, ਅਤੇ ਅਜਿਹਾ ਹੀ ਹੁਣ ਦੇ ਸਮੇਂ ਦੇ ਵਿੱਚ ਹੋ ਰਿਹਾ ਹੈ। ਗੌਤਮ ਅਦਾਨੀ ਅਹਿਮਦਾਬਾਦ ਗੁਜਰਾਤ ਦੇ ਵਿੱਚ ਜਨਮਿਆ, ਅਤੇ ਹੋਰਨਾਂ ਗੁਜਰਾਤੀਆਂ ਦੇ ਵਾਂਗ ਹੀ ਬਚਪਨ ਤੋਂ ਹੀ ਉਸ ਨੂੰ ਬਿਜ਼ਨਸ ਕਰਨ ਦੇ ਵਿੱਚ ਰੁਚੀ ਸੀ। ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਨੀ ਵੀ ਗੁਜਰਾਤ ਦਾ, ਅੰਬਾਨੀ ਵੀ ਅਤੇ ਮੋਦੀ ਵੀ, ਇਹਨਾਂ ਤਿੰਨਾਂ ਕਰਕੇ ਹੀ ਅੱਜ ਪੂਰਾ ਪੰਜਾਬ ਭਖ ਰਿਹਾ ਹੈ। ਗੌਤਮ ਅਦਾਨੀ 18 ਸਾਲ ਦੀ ਉਮਰ ਦੇ ਵਿੱਚ ਹੀ ਕਾਲਜ ਦੀ ਪੜ੍ਹਾਈ ਵਿੱਚ ਹੀ ਛੱਡ ਕੇ ਆਪਣੀ ਜੇਬ ਦੇ ਵਿੱਚ 100 ਰੁਪਏ ਲੈ ਕੇ ਮੁੰਬਈ ਆਇਆ ਸੀ, ਅਤੇ ਅੱਜ ਉਹੀ ਅਦਾਨੀ ਦੇ ਕੋਲ ਸਿਰਫ 35 ਸਾਲਾਂ ਦੇ ਵਿੱਚ ਹੀ 8.7 ਬਿਲੀਅਨ ਡਾਲਰ ਦੀ ਸੰਪਤੀ ਹੈ, ਅਤੇ ਇਹ ਭਾਰਤ ਦਾ ਤੀਜਾ ਅਮੀਰ ਕਾਰੋਬਾਰੀ ਹੈ। 18 ਸਾਲ ਦੀ ਉਮਰ ਦੇ ਵਿੱਚ ਮੁੰਬਈ ਆਉਣ ਤੋਂ ਬਾਅਦ ਉਸਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਵਿੱਚ ਹੀਰੇ ਦੀ ਪਰਖ ਦਾ ਕੰਮ ਸਿੱਖਿਆ, ਅਤੇ ਸਿਰਫ 2 ਸਾਲਾਂ ਦੇ ਵਿੱਚ ਹੀ ਉਹ ਹੀਰੇ ਦਾ ਜੌਹਰੀ ਬਣ ਗਿਆ, ਅਤੇ 20 ਸਾਲ ਦੀ ਉਮਰ ਦੇ ਵਿੱਚ ਹੀ ਉਸਨੇ ਮੁੰਬਈ ਦੇ ਜੌਹਰੀ ਬਾਜ਼ਾਰ ਦੇ ਵਿੱਚ ਆਪਣੀ ਹੀਰੇ ਦੀ ਦੁਕਾਨ ਕਰਨ ਲੱਗਿਆ, ਅਤੇ ਕਾਫੀ ਪੈਸਾ ਕਮਾਇਆ। ਫਿਰ ਉਸ ਤੋਂ ਬਾਅਦ ਅਦਾਨੀ ਦੇ ਵੱਡੇ ਭਰਾ ਨੇ ਗੁਜਰਾਤ ਦੇ ਵਿੱਚ ਇੱਕ ਪਲਾਸਟਿਕ ਕੰਪਨੀ ਖਰੀਦੀ ਸੀ। ਗੌਤਮ ਅਦਾਨੀ ਨੇ ਆਪਣੇ ਭਰਾ ਨੂੰ ਉਹ ਪਲਾਸਟਿਕ ਕੰਪਨੀ ਦੁਬਾਰਾ ਸ਼ੁਰੂ ਕਰਨ ਵਾਸਤੇ ਕਿਹਾ, ਪਰ ਗੌਤਮ ਅਦਾਨੀ ਦੇ ਵੱਡੇ ਭਰਾ ਨੂੰ ਉਸ ਕੰਪਨੀ ਚਲਾਉਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ, ਅਤੇ ਉਹ ਕੰਪਨੀ ਦੇ ਖਾਤਰ ਗੌਤਮ ਅਦਾਨੀ ਵਾਪਸ ਗੁਜਰਾਤ ਆ ਗਿਆ, ਅਤੇ ਕੰਪਨੀ ਵਧੀਆ ਚੱਲਣ ਲੱਗੀ। ਗੌਤਮ ਅਦਾਨੀ ਨੇ ਦੇਖਿਆ ਕਿ ਉਹਨਾਂ ਦੀ ਕੰਪਨੀ ਦੇ ਵਿੱਚ ਕੱਚਾ ਮਾਲ ਸਮੁੰਦਰੀ ਜਹਾਜ਼ਾਂ ਰਾਹੀਂ ਆਉਂਦਾ ਹੈ, ਅਤੇ ਇਹ ਸਮਾਨ ਮੰਗਵਾਉਂਦਿਆਂ ਉਸ ਨੂੰ ਇੰਪੋਰਟ ਐਕਸਪੋਰਟ ਕਾਰੋਬਾਰ ਦੀ ਕਾਫੀ ਜਾਣ ਪਛਾਣ ਹੋ ਗਈ, ਅਤੇ ਇੱਥੋਂ ਹੀ ਉਸਨੇ ਆਪਣੇ ਵੱਡੇ ਕਾਰੋਬਾਰ ਵੱਲ ਪੈਰ ਰੱਖਿਆ। ਉਸ ਤੋਂ ਬਾਅਦ ਉਹ ਇੰਪੋਰਟ ਐਕਸਪੋਰਟ ਦੇ ਕਾਰੋਬਾਰ ਵਿੱਚ ਆ ਗਿਆ। 1991 ਦੇ ਵਿੱਚ ਸਰਕਾਰੀ ਲਾਇਸੈਂਸ ਦਾ ਰੌਲਾ ਖਤਮ ਹੋਣ ਤੋਂ ਬਾਅਦ ਨਿੱਜੀ ਕੰਪਨੀਆਂ ਨੂੰ ਬੰਦਰਗਾਹ ਦੇਣ ਦਾ ਸਰਕਾਰੀ ਕਾਨੂੰਨ ਆਇਆ। ਜਿਵੇਂ ਹੁਣ ਕਿਸਾਨੀ ਕਾਨੂੰਨ ਆਏ ਨੇ, ਉਸੇ ਤਰ੍ਹਾਂ ਹੀ ਉਸ ਸਮੇਂ ਨਿੱਜੀ ਕੰਪਨੀਆਂ ਨੂੰ ਬੰਦਰਗਾਹ ਦੇਣ ਵਾਸਤੇ ਸਰਕਾਰੀ ਕਾਨੂੰਨ ਆਇਆ ਸੀ, ਜਿਸ ਦੇ ਵਿੱਚ ਮੁਦਰਾ ਪੋਰਟ ਅਦਾਨੀ ਨੂੰ ਦਿੱਤੀ ਗਈ, ਅਤੇ ਹੁਣ ਅਦਾਨੀ ਦੇ ਕੋਲ ਆਪਣਾ ਪੋਰਟ ਸੀ, ਅਤੇ ਹੌਲੀ ਕਰਕੇ ਉਸਨੇ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਵਧੀਆ ਕਰ ਲਿਆ। ਜਿਸ ਵੀ ਕੰਮ ਦੇ ਵਿੱਚ ਉਸ ਨੂੰ ਪ੍ਰੋਬਲਮ ਆਉਂਦੀ, ਉਹ ਉਸ ਨੂੰ ਉਸੇ ਵੇਲੇ ਹੀ ਖਤਮ ਕਰ ਦਿੰਦਾ। ਜਿਵੇਂ ਹੁਣ ਉਸ ਨੂੰ ਸਮਾਨ ਲਿਆਉਣ ਵਾਸਤੇ ਦੂਸਰੇ ਲੋਕਾਂ ਦੇ ਸ਼ਿਪ ਯੂਜ਼ ਕਰਨੇ ਪੈਂਦੇ ਸੀ, ਇਸ ਕਰਕੇ ਹੌਲੀ ਕਰਕੇ ਉਸਨੇ ਆਪਣੇ ਹੀ ਜਹਾਜ਼ ਖਰੀਦ ਲਏ। ਹੁਣ ਉਸ ਦੇ ਕੋਲ ਆਪਣੇ ਜਹਾਜ਼ ਸੀ, ਤੇ ਬੰਦਰਗਾਹਾਂ ਵੀ ਉਸ ਦੀਆਂ ਆਪਣੀਆਂ ਹੀ ਸੀ। ਇਸ ਤੋਂ ਬਾਅਦ ਉਸਨੇ ਬਿਜਲੀ ਬਣਾਉਣ ਦੇ ਕਾਰੋਬਾਰ ਵਿੱਚ ਕਦਮ ਰੱਖਿਆ। ਹੌਲੀ ਕਰ ਬਿਜਲੀ ਬਣਾਉਣ ਵਾਸਤੇ ਉਸਨੇ ਕੋਲੇ ਦੀਆਂ ਖਾਨਾਂ ਵੀ ਖਰੀਦਣੀਆਂ ਸ਼ੁਰੂ ਕੀਤੀਆਂ। ਗੌਤਮ ਅਦਾਨੀ ਦਾ ਵਿਰੋਧ ਹੁਣ ਤੋਂ ਨਹੀਂ, ਬਹੁਤ ਪਹਿਲਾਂ ਤੋਂ ਹੋ ਰਿਹਾ ਹੈ। ਕੋਲੇ ਦੀਆਂ ਖਾਨਾਂ ਭਾਰਤ ਵਿੱਚ 60% ਤੋਂ ਜ਼ਿਆਦਾ ਅਦਾਨੀ ਦੇ ਕੋਲ ਹੀ ਸੀ। ਸਰਕਾਰਾਂ ਵੀ ਉਸ ਦਾ ਸਾਥ ਦਿੰਦੀਆਂ ਸੀ, ਕਿਉਂਕਿ ਸਰਕਾਰਾਂ ਦੇ ਹੱਥ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੋ ਸਕਦਾ। ਭਾਰਤ ਦੇ ਕੋਲੇ ਦੀਆਂ ਖਾਨਾਂ ਤੋਂ ਮਨ ਨਹੀਂ ਭਰਿਆ ਤਾਂ ਉਸਨੇ ਆਸਟ੍ਰੇਲੀਆ ਦੀਆਂ ਕੋਲੇ ਦੀਆਂ ਖਾਨਾਂ ਨੂੰ ਖਰੀਦ ਲਿਆ, ਅਤੇ ਉੱਥੇ ਦੀਆਂ ਕਈ ਬੰਦਰਗਾਹਾਂ ਵੀ। ਆਸਟ੍ਰੇਲੀਆ ਦੇ ਵਿੱਚ ਉਸ ਦਾ ਬਹੁਤ ਵਿਰੋਧ ਕੀਤਾ ਗਿਆ, ਪਰ ਉਸ ਅਦਾਨੀ ਦਾ ਆਸਟ੍ਰੇਲੀਆ ਵੀ ਕੁਝ ਵਿਗਾੜ ਨਹੀਂ ਸਕਿਆ। ਇਸ ਤੋਂ ਬਾਅਦ ਉਸਨੇ ਅੰਬਾਨੀ ਦਾ ਬੰਦ ਪਿਆ ਬਿਜਲੀ ਦਾ ਕਾਰੋਬਾਰ ਵੀ ਖਰੀਦ ਲਿਆ। ਕਿਸਾਨਾਂ ਦੇ ਇਸ ਦੁਸ਼ਮਣ ਅਦਾਨੀ ਦੀਆਂ ਕੁੱਲ 6 ਫਰਮਾਂ ਹੁਣ ਕੰਮ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਅਦਾਨੀ ਐਂਟਰਪ੍ਰਾਈਜ਼ਸ, ਅਦਾਨੀ ਗੈਸ, ਅਦਾਨੀ ਪੈਟਰੋਲੀਅਮ, ਅਦਾਨੀ ਪੋਰਟ ਐਂਡ ਸੀਜ਼, ਅਦਾਨੀ ਪਾਵਰ ਪਲਾਂਟਸ ਆਦਿ ਸ਼ਾਮਲ ਨੇ। ਇਸ ਦੇ ਨਾਲ ਅਦਾਨੀ ਵਿਲਮਰ ਦੇ ਨਾਮ ਦੀ ਵੀ ਕੰਪਨੀ ਸ਼ਾਮਿਲ ਹੈ, ਜੋ ਕਿ ਫੋਰਚੂਨ ਤੇਲ ਬਣਾਉਂਦੀ ਹੈ, ਜਿਸ ਨੂੰ ਜ਼ਿਆਦਾਤਰ ਲੋਕ ਇਸਤੇਮਾਲ ਕਰਦੇ ਨੇ। ਹੁਣ ਮੋਦੀ ਦੀ ਸਰਕਾਰ ਦੇ ਵਿੱਚ ਇਸ ਕਾਰੋਬਾਰੀ ਦਾ ਨਾਮ ਹੋਰ ਵੀ ਉੱਚਾ ਹੋਇਆ, ਜਦੋਂ ਇਸ ਨੂੰ 5 ਏਅਰਪੋਰਟ 50 ਸਾਲਾਂ ਦੀ ਲੀਜ਼ ਵਾਸਤੇ ਮਿਲ ਚੁੱਕੇ ਨੇ। ਹੁਣ ਇਹਨਾਂ 5 ਸਰਕਾਰੀ ਏਅਰਪੋਰਟਾਂ ਦਾ ਗੌਤਮ ਅਦਾਨੀ ਮਾਲਕ ਬਣ ਚੁੱਕਿਆ ਹੈ। 6 ਏਅਰਪੋਰਟ ਬੋਲੀ ਤੇ ਵੇਚੇ ਜਾਣੇ ਸੀ, ਜਿਨ੍ਹਾਂ ਦੇ ਵਿੱਚੋਂ 5 ਤਾਂ ਅਦਾਨੀ ਨੂੰ ਦੇ ਦਿੱਤੇ ਗਏ।
ਜਿਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਗੌਤਮ ਅਦਾਨੀ ਦੇ ਉੱਪਰ ਮੋਦੀ ਸਰਕਾਰ ਕਿੰਨੀ ਮਿਹਰਬਾਨ ਹੋ ਰਹੀ ਹੈ। ਹੁਣ ਭਾਰਤ ਦੀ ਰਾਜਨੀਤੀ ਮੋਦੀ ਸਰਕਾਰ ਦੇ ਹੱਥ ਦੇ ਵਿੱਚ ਹੈ ਜਾਂ ਫਿਰ ਇਸ ਕਾਰੋਬਾਰੀ ਦੇ, ਇਹ ਤੁਹਾਡੇ ਸਾਹਮਣੇ ਹੈ। ਇਹਨਾਂ ਸਭ ਤੋਂ ਬਾਅਦ ਹੁਣ ਅਦਾਨੀ ਪੰਜਾਬ ਦੇ ਵਿੱਚ ਪੈਰ ਰੱਖਣ ਦੀ ਤਿਆਰੀ ਕਰ ਚੁੱਕਿਆ ਹੈ। ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਅਜਿਹੇ ਕਾਰੋਬਾਰੀ ਦੇ ਪੈਰ ਜੰਮ ਗਏ ਤਾਂ ਉਮਰ ਭਰ ਦੇ ਲਈ ਪੰਜਾਬੀ ਇਸ ਦੇ ਗੁਲਾਮ ਬਣ ਜਾਣਗੇ। ਸੋ ਅਜਿਹੇ ਕਾਰੋਬਾਰੀ ਨੂੰ ਪੰਜਾਬ ਦੇ ਵਿੱਚ ਆਪਾਂ ਪੈਰ ਤੱਕ ਨਹੀਂ ਰੱਖਣ ਦੇਵਾਂਗੇ। ਆਸਟ੍ਰੇਲੀਆ ਦੇ ਲੋਕ, ਸਰਕਾਰਾਂ ਇਸ ਦੇ ਸਾਹਮਣੇ ਝੁਕ ਗਈਆਂ ਹੋਣਗੀਆਂ, ਪਰ ਇਸ ਵਾਰ ਇਸ ਦਾ ਵਾਹ ਪੰਜਾਬੀਆਂ ਦੇ ਨਾਲ ਪਿਆ ਹੈ। ਸ਼ਾਇਦ ਅਦਾਨੀ ਤੇ ਬਾਕੀ ਦੁਨੀਆ ਇਹ ਨਹੀਂ ਜਾਣਦੀ ਕਿ ਪੰਜਾਬੀ ਵੀ ਇੱਕ ਵਾਰ ਜੋ ਕਹਿ ਦੇਣ ਉਸ ਨੂੰ ਪੂਰਾ ਕਰਕੇ ਹੀ ਪਿੱਛੇ ਹਟਦੇ ਨੇ। ਤਾਂ ਫਿਰ ਇਹਨਾਂ ਦੇ ਅੱਗੇ ਅਦਾਨੀ ਤੇ ਅੰਬਾਨੀ ਕੀ ਚੀਜ਼ ਹਨ।